ਤੁਸੀਂ ਸੁਣਨ ਜਾ ਰਹੇ ਹੋ ਮੇਰਾ ਰੂਸੀ ਸਫ਼ਰਨਾਮਾ ਬਲਰਾਜ ਸਾਨੀ ਜੀ ਦਾ। ਸਮਰਕੰਦ ਦਾ ਨਾਂ ਸਮਾਗਮ ਸੀ ਉਦੋਂ, ਅਰਥਾਤ ਉਹ ਸਥਾਨ ਜਿੱਥੇ ਦੇਸ਼ਾਂ ਦੇਸ਼ਾਂਤਰਾਂ ਦੇ ਬੋਧ ਆਪਸ ਵਿੱਚ ਮਿਲਦੇ ਹਨ। ਇਸੇ ਰਾਹੋਂ ਬੁੱਧ ਮਤ ਚੀਨ ਤੇ ਜਾਪਾਨ ਗਿਆ। ਫਿਰ ਅਰਬ ਵਾਲੇ ਪਾਸਿਓਂ ਇਸਲਾਮ ਦੀ ਘਟਾ ਉੱਠੀ ਅਤੇ ਇੱਧਰੋਂ ਹੀ ਲੰਘਦੀ ਇਨਸਾਨੀ ਸੋਚ ਨੂੰ ਆਪਣੀ ਲਪੇਟ ਵਿੱਚ ਲੈਂਦੀ ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚ ਫੈਲ ਗਈ। ਅਤੇ ਅੱਜ ਦੇ ਯੁੱਗ ਇਸੇ ਸਮਾਗਮ ਇੱਕ ਨਵੀਂ ਕ੍ਰਾਂਤੀਕਾਰੀ ਸੋਚ ਕਮਿਊਨਿਜ਼ਮ ਬੜੀ ਤੇਜ਼ੀ ਨਾਲ ਨਾ ਕੇਵਲ ਏਸ਼ੀਆ ਬਲਕਿ ਸਾਰੇ ਸੰਸਾਰ 'ਤੇ ਅਸਰ ਪਾ ਰਿਹਾ ਹੈ। ਕਿਤਨਾ ਦਿਲਚਸਪ ਤੇ ਰੰਗੀਨ ਹੈ ਮਨੁੱਖੀ ਇਤਿਹਾਸ। ਹੌਲੀ-ਹੌਲੀ ਪਹਾੜ ਬਿਲਕੁਲ ਖਤਮ ਹੋ ਗਏ। ਸ਼ਹਿਰਾਂ ਵਿੱਚੋਂ ਨਖਲਿਸਤਾਨ ਵੀ ਕਰੀਬ-ਕਰੀਬ ਨਦਾਰਦ ਹੀ ਹੋ ਗਏ ਸਨ। ਸਿੱਧ ਪੱਧਰਾ ਤੇ ਸਪਾਟ ਸਹਿਰਾ, ਕਿਤੇ-ਕਿਤੇ ਉਸ ਦੀ ਵਿਸ਼ਾਲਤਾ ਨੂੰ ਕੱਟਦੀਆਂ ਨੀਲੀਆਂ-ਨੀਲੀਆਂ ਵੱਡੀਆਂ ਛੋਟੀਆਂ ਝੀਲਾਂ ਦਿਸਦੀਆਂ। ਇਹਨਾਂ ਦੇ ਕਿਨਾਰਿਆਂ 'ਤੇ ਚਿੱਟੀ ਜਿਹੀ ਪੇਪੜੀ ਜੰਮੀ ਹੋਈ ਦਿਸਦੀ, ਜਿਸ ਤੋਂ ਸ਼ੱਕ ਪੈਂਦਾ ਕਿ ਮਿੱਠੇ ਪਾਣੀ ਦੀਆਂ ਨਹੀਂ ਲੂਣੇ ਪਾਣੀ ਦੀਆਂ ਝੀਲਾਂ ਹਨ। ਇਸ ਸਹਿਰਾਂ ਵਿੱਚ ਵੀ ਕਿਤੇ-ਕਿਤੇ ਲਕੀਰਾਂ ਦੇ ਚਿੰਨ੍ਹ ਦਿਸਦੇ ਅਤੇ ਗੌਰ ਨਾਲ ਦੇਖੀਏ ਕਦੇ-ਕਦੇ 10-12 ਤੰਬੂਆਂ ਦਾ ਝੁਰਮੁਟ ਵੀ ਸਹਿਰਾਂ ਵਿੱਚ ਖੁੱਭਿਆ ਹੁੰਦਾ, ਪਰ ਝੀਲਾਂ ਦੇ ਕੰਢੇ ਤਾਂ ਜ਼ਰਾ ਜਿਤਨੀ ਵੀ ਆਬਾਦੀ ਨਹੀਂ ਸੀ। ਇਸ ਤੋਂ ਉਹਨਾਂ ਦੇ ਖਾਰਾ ਹੋਣ ਦਾ ਅਨੁਮਾਨ ਪੱਕਾ ਹੋ ਗਿਆ। ਜਿਉਂ-ਜਿਉਂ ਸਮਾਂ ਗੁਜ਼ਰਦਾ ਗਿਆ ਮਾਰੂਥਲ ਹੋਰ ਵੀ ਅਸੀਮ ਹੁੰਦਾ ਗਿਆ, ਡਰਾਵਨਾ ਤੇ ਕਰੂਪ। ਮੈਂ ਫਿਰ ਉਡਾਰੀ ਨਕਸ਼ਾ ਖੋਲ੍ਹ ਕੇ ਆਪਣੇ ਸਾਹਮਣੇ ਰੱਖਿਆ। ਇਸ ਦੇ ਅਨੁਸਾਰ ਸਾਨੂੰ ਤਾਸ਼ਕੰਦ ਉੱਪਰੋਂ ਲੰਘਣਾ ਚਾਹੀਦਾ ਸੀ, ਪਰ ਸ਼ਾਇਦ ਅਸੀਂ ਵੱਲਾ ਪਾ ਕੇ ਆ ਗਏ ਸਾਂ ਜਾਂ ਹਾਲੇ ਉਸ ਦੀ ਉਡੀਕ ਸੀ। ਏਰਲ ਸਾਗਰ ਨਾਮਕ ਕੋਈ ਜ਼ਮੀਨ ਘਿਰਿਆ ਸਮੁੰਦਰ ਵੀ ਆਉਣ ਵਾਲਾ ਹੈ। ਜਿਹੜੀਆਂ ਨੀਲੀਆਂ-ਨੀਲੀਆਂ ਝੀਲਾਂ ਇਤਨੀ ਭਾਰੀ ਸੰਖਿਆ ਵਿੱਚ ਦਿਸ ਰਹੀਆਂ ਸਨ, ਜ਼ਰੂਰ ਕਿਸੇ ਜ਼ਮਾਨੇ ਉਸੇ ਸਾਰੇ ਸਾਗਰ ਦਾ ਭਾਗ ਰਹੀਆਂ ਹੋਣਗੀਆਂ। ਏਰਲ ਸਾਗਰ ਤੋਂ ਨਕਸ਼ੇ ਦੇ ਹਿਸਾਬ 300 ਮੀਲ ਦੇ ਫਾਸਲੇ 'ਤੇ ਕੈਸਪੀਅਨ ਸਾਗਰ ਸੀ। ਇਸ ਨਿੱਕੇ-ਨਿੱਕੇ ਸਾਗਰਾਂ ਦੇ ਜਮਘਟ ਕਾਰਨ ਹੀ ਕੈਵੀਆਰ, ਮੱਛੀ ਦੇ ਅੰਡੇ, ਸੋਵੀਅਤ ਯੂਨੀਅਨ ਵਿੱਚ ਇਤਨੀ ਆਮ ਮਿਲਣ ਵਾਲੀ ਤੇ ਲੋਕਾਂ ਦੀ ਮਨਪਸੰਦ ਖੁਰਾਕ ਹੈ। ਬਾਹਰ ਦੇ ਨਜ਼ਾਰਿਆਂ ਵੱਲੋਂ ਹਟ ਕੇ ਫਿਰ ਨਜ਼ਰ ਅੰਦਰ ਦੇ ਨਜ਼ਾਰਿਆਂ ਵੱਲ ਚਲੀ ਜਾਂਦੀ। ਆਪਣੇ ਕੰਮ ਵਿੱਚ ਮਸਰੂਫ ਹੋਸਟਸ ਗਲੀ ਵਿੱਚੋਂ ਬਾਰ-ਬਾਰ ਲੰਘਦੀ ਹਰ ਕਿਸੇ ਦੀਆਂ ਨਜ਼ਰਾਂ ਦਾ ਆਕਰਸ਼ਣ ਕੇਂਦਰ ਬਣ ਜਾਂਦੀ। ਰੱਜ-ਰੱਜ ਕੇ ਸੋਹਣੀ ਨਾ ਹੋਵੇ, ਪਰ ਸੋਹਣੀ ਜ਼ਰੂਰ ਸੀ। ਲੰਮਾ ਕੱਦ, ਸੁਡੋਲ ਸਰੀਰ, ਸਾਂਵਲੀ ਰੰਗਤ। ਜੇ ਕੋਈ ਕਸਰ ਸੀ ਤਾਂ ਕੇਵਲ ਇਹ ਕਿ ਸਰੀਰ ਦੇ ਕਿਸੇ-ਕਿਸੇ ਭਾਗ ਸੁੰਦਰਤਾ ਦੀ ਅਤੀ ਹੋ ਗਈ ਸੀ, ਜੋ ਕਿ ਸ਼ਾਸਤਰਾਂ ਦੇ ਅਨੁਸਾਰ ਵਰਜਿਤ ਹੈ। ਅਤੀ ਸਰਵਤ ਵਰਜਯੇਤ। ਮਸਲਨ ਅੱਖਾਂ ਸ਼ਾਇਰਾਂ ਅਤੇ ਚਿੱਤਰਕਾਰਾਂ ਦੀ ਪਰਿਭਾਸ਼ਾ ਉੱਪਰ ਇਤਨੀਆਂ ਪੂਰੀਆਂ ਉਤਰਦੀਆਂ ਸਨ ਕਿ ਨਿਰਜਿੰਦ ਜਾਪਦੀਆਂ ਸਨ, ਜਿਵੇਂ ਅਸੀਂ ਉਹਨਾਂ ਨੂੰ ਨਹੀਂ ਉਹਨਾਂ ਦੀ ਤਸਵੀਰ ਨੂੰ ਵੇਖ ਰਹੇ ਹੋਈਏ। ਇਸੇ ਤਰ੍ਹਾਂ ਦੰਦ ਇਤਨੇ ਜ਼ਿਆਦਾ ਚਿੱਟੇ, ਹਮਵਾਰ ਅਤੇ ਮੋਤੀਆਂ ਦੇ ਦਾਣੇ ਸਨ ਕਿ ਨਕਲੀ ਹੋਣ ਦਾ ਸ਼ੱਕ ਪੈਂਦਾ ਸੀ। ਵਿਚਾਰੀ ਲਈ ਹੁਸਨ ਹੀ ਦੁਸ਼ਮਣ ਬਣ ਬੈਠਾ ਸੀ। ਜਾਂ ਇਹ ਮੇਰੀ ਆਪਣੀ ਬੇਮੁਰੱਵਤ ਨਿਗਾਹੀ ਦਾ ਕਸੂਰ ਸੀ, ਜੋ ਜਹਾਜ਼ ਦੇ ਛੈਲੇ ਬਰਸਰ ਉੱਪਰ ਉਸ ਦੇ ਵਿਸ਼ੇਸ਼ ਮਿਹਰਬਾਨ ਹੋਣ ਨੂੰ ਖੁਸ਼ਨਮਾ ਨਹੀਂ ਸੀ ਕਰ ਰਹੀ। ਜ਼ਰਾ ਜਿਤਨੀ ਫੁਰਸਤ ਮਿਲਦੀ ਦੋਵੇਂ ਨਵੇਕਲੀ ਥਾਂ ਖਲੋ ਕੇ ਗੱਪਾਂ ਮਾਰਨ ਲੱਗ ਜਾਂਦੇ। ਭਲਾ ਪੁੱਛੋ ਇਸ ਵਿੱਚ ਅਵੱਗਿਆ ਕੀ ਹੈ? ਕੁੱਲ 4 ਘੰਟਿਆਂ ਦਾ ਤਾਂ ਸਫ਼ਰ ਸੀ। ਮੁਸਾਫਰਾਂ ਨੂੰ ਜਿਤਨੀ ਟਹਿਲ ਸੇਵਾ ਦੀ ਲੋੜ ਸੀ ਉਸ ਤੋਂ ਵੱਧ ਉਹ ਕਰ ਰਹੀ ਸੀ, ਪਰ ਫਿਰ ਵੀ ਉਹਦੇ ਕੋਲ ਜਾ ਕੇ ਖਲੋਤੀ ਨਹੀਂ ਕਿ ਮੇਰੇ ਦਿਲ ਵਿੱਚ ਛੁਰੀਆਂ ਚੱਲਣ ਲੱਗ ਪਈਆਂ, ਜਿਵੇਂ ਉਮਰਾਂ ਦੇ ਮਾਮਲੇ ਹੋਣ। ਅਤੇ ਕੇਵਲ ਮੇਰੇ ਦਿਲ ਵਿੱਚ ਹੀ ਨਹੀਂ, ਕਿਤਨੀ ਵਿਚਿੱਤਰ ਚੀਜ਼ ਹੈ ਇਨਸਾਨ। ਮਾਰਟੀਨੀ ਉੱਪਰ ਬੀਅਰ, ਜਿਵੇਂ ਸੋਨੇ ਉੱਪਰ ਸੁਹਾਗਾ। ਕਾਲਬਰਗ ਨਾਂ ਸੀ ਬੀਅਰ ਦਾ। ਸੁਨਹਿਰੀ ਲਿਸ਼ਕ ਵਾਲੇ ਟੀਨ ਵਿੱਚ ਮਗੋਰ ਕਰਕੇ ਸੰਨੇ ਗਲਾਸ ਲਿਆ ਧਰਦੀ ਸੀ ਅੱਗੇ ਜਲਵਾ ਪਰੀ। ਮਲਾਈਆ ਵਰਗੀ ਝੱਗ। ਐਤਕੀ ਇਸ ਭੁਲੇਖੇ ਕਿ ਨਜ਼ਰਾਂ ਮਿਲਣ ਦੀ ਥਾਂ ਸ਼ਾਇਦ ਲੜ ਗਈਆਂ ਹਨ। ਇੱਕ ਹੋਰ ਮਾਰਟੀਨੀ ਦਾ ਆਰਡਰ ਦੇ ਦਿੱਤਾ ਤੇ ਇਸ ਵਾਰੀ ਉਹ ਅੱਧੀ ਦਰਜਨ ਏਅਰ ਇੰਡੀਆ ਮਹਾਰਾਜੇ ਦੀ ਤਸਵੀਰ ਵਾਲੀਆਂ ਮਾਰਚਸਾਂ ਵੀ ਲੈ ਆਈ। ਇਹ ਤਕਲੀਫ ਤੁਸੀਂ ਕਾਹਦੇ ਲਈ ਕੀਤੀ? ਮੈਂ ਕਿਹਾ। ਜੇ ਕੁਝ ਨਾ ਬੋਲਦਾ ਤਾਂ ਅਸਭਿਅਤਾ ਹੁੰਦੀ। ਤੁਸੀਂ 200 ਸਿਗਰਟਾਂ ਦਾ ਕਾਰਟਨ ਵੀ ਤਾਂ ਖਰੀਦਿਆ ਸੀ ਨਾ? ਉਸਨੇ ਹੱਸ ਕੇ ਜਵਾਬ ਦਿੱਤਾ। ਇਹ ਤਾਂ ਮੈਨੂੰ ਉਸੇ ਵੇਲੇ ਪ੍ਰੈਜ਼ੈਂਟ ਕਰਨੀਆਂ ਚਾਹੀਦੀਆਂ ਸਨ। ਕਿਤਨੀਆਂ ਸੋਹਣੀਆਂ ਮਾਚਸਾਂ ਨੇ। ਬੜੀ ਖੁਸ਼ੀ ਦੀ ਗੱਲ ਹੈ ਤੁਹਾਨੂੰ ਚੰਗੀਆਂ ਲੱਗੀਆਂ ਨੇ। ਇੰਜ ਲੱਗਿਆ ਉਹ ਮੈਥੋਂ ਹੋਰ ਵੀ ਬੋਲਣ ਦੀ ਆਸ ਕਰ ਰਹੀ ਸੀ,
ਐਨ ਉਸੇ ਵੇਲੇ ਖੀਰ ਵਿੱਚ ਨਮਕ ਦਾ ਪਾਠ ਅਦਾ ਕਰਨ ਲਈ ਗੋਪਾਲਨ ਫਿਰ ਤਸ਼ਰੀਫ ਆਵਰ ਹੋ ਗਿਆ। ਜੇ ਇੱਥੇ ਇਹ ਹਾਲ ਹੈ ਅਜ਼ੀਜ਼ਮ ਦਾ, ਤਾਂ ਅੱਗੇ ਚੱਲ ਕੇ ਵੇਖੀਏ ਕੀ ਹੁੰਦਾ ਹੈ। ਸੁਕੁਮਾਰੀ ਝਟ ਮਾਜ਼ਰਤ ਕਰਕੇ ਰਵਾਨਾ ਹੋ ਗਈ। ਨਿਸ਼ਾਨੀ ਦੇ ਰੂਪ ਵਿੱਚ ਜਿਹੜੀਆਂ ਮਾਚਸਾਂ ਉਹ ਦੇ ਗਈ ਸੀ, ਉਹ ਵੀ ਜ਼ਾਲਮ ਨੇ ਅੱਧੀਆਂ ਵੰਡ ਲਈਆਂ। ਜੇ ਹਿਊਨ ਸੈਂਗ ਨੂੰ ਕੋਈ ਕਹਿੰਦਾ ਕਿ ਇਹੋ ਸਫ਼ਰ ਜਿਸ ਵਿੱਚ ਉਸਨੇ 3 ਸਾਲ ਲਾਏ ਸਨ, ਕਦੇ ਭਵਿੱਖ ਵਿੱਚ ਇੱਕ ਹਸੀਨ ਸਾਖੀ ਦੇ ਹੱਥੋਂ ਸ਼ਰਾਬ ਪੀਂਦਿਆਂ ਅਤੇ ਗੁਦਾਜ਼ ਕਰਦਿਆਂ ਤੇ ਆਰਾਮ ਫਰਮਾਉਂਦਿਆਂ 3 ਘੰਟੇ ਅੰਦਰ ਤੈਅ ਹੋ ਜਾਇਆ ਕਰੇਗਾ, ਤਾਂ ਉਹਨੇ ਫੌਰਨ ਅੱਖਾਂ ਮੀਟ ਕੇ ਅਤੇ ਹੱਥ ਬੰਨ੍ਹ ਕੇ ਜ਼ੂਲੇ ਬੁੱਧ ਭਗਵਾਨ ਦੇ ਨਾਂ ਦਾ ਜਾਪ ਆਰੰਭ ਕਰ ਦੇਣਾ ਸੀ, ਜਿਸ ਦੀ ਜ਼ਾਤ ਤੋਂ ਛੁੱਟ ਇਹੋ ਜਿਹਾ ਅਲੋਕਾਰ ਕਰਿਸ਼ਮਾ ਹੋਰ ਕੋਈ ਨਹੀਂ ਕਰ ਸਕਦਾ। ਅਤੇ ਅੱਜ ਅਸੀਂ ਇਹੋ ਮੁਆਜ਼ਦਾ ਸਾਧਾਰਨ ਆਦਮੀਆਂ ਹੱਥੋਂ ਹੁੰਦਾ ਵੇਖ ਹੀ ਨਹੀਂ ਸਾ ਰਹੇ। ਉਸ ਵੱਲੋਂ ਇੰਜ ਲਾਪਰਵਾਹ ਸਾਂ ਜਿਵੇਂ ਸਵੇਰ ਵੇਲੇ ਮੂੰਹ ਵਿੱਚ ਦਾਤਨ ਫੇਰਨ ਵਰਗੀ ਸਾਧਾਰਨ ਘਟਨਾ ਹੋਵੇ। ਕਿਤਨਾ ਇਨਕਲਾਬੀ ਫਰਕ! ਪਰ ਕੀ ਇਹ ਹਰ ਸੂਰਤ ਹਿਊਨ ਸੈਂਗ ਦੇ 4 ਮੀਲ ਫੀ ਘੰਟੇ ਦੀ ਰਫ਼ਤਾਰ ਵਾਲੇ ਸਫ਼ਰ ਤੋਂ ਉਚੇਰੇ ਦਰਜੇ ਦਾ ਸੀ? ਉਸ 3 ਸਾਲ ਦੀ ਪਦ ਯਾਤਰਾ ਦੌਰਾਨ ਹਿਊਨ ਸੈਂਗ ਨੇ ਗਿਆਨ ਅਤੇ ਅਨੁਭਵ ਦੇ ਕੀ ਅਨਮੋਲ ਖਜ਼ਾਨੇ ਜਮ੍ਹਾਂ ਕੀਤੇ ਹੋਣਗੇ। ਕੈਸੇ ਲੋਕਾਂ ਨੂੰ ਮਿਲਿਆ ਹੋਵੇਗਾ, ਕੀ ਅਜੂਬੇ ਉਹਨੇ ਵੇਖੇ ਹੋਣਗੇ, ਕਿਤਨੀਆਂ ਜ਼ਬਾਨਾਂ ਉਹ ਰਾਹ ਜਾਂਦਿਆਂ ਸਿੱਖ ਗਿਆ ਹੋਵੇਗਾ। ਹਿੰਦੁਸਤਾਨ ਪਹੁੰਚਣ ਤੋਂ ਪਹਿਲਾਂ ਹੀ ਉਹ ਉਸ ਬਾਰੇ ਕਿਤਨੀ ਸਾਰੀ ਵਾਕਫੀਅਤ ਹਾਸਲ ਕਰ ਚੁੱਕਿਆ ਹੋਵੇਗਾ। ਇਸ ਦੇ ਵਿਪਰੀਤ ਸਾਡੀ ਲੱਭਤ ਕੀ? ਮਾਸਕੋ ਉਵੇਂ ਹੀ ਛੰਡੇ ਫੁੱਕੇ ਵਿਮਾਨ ਤੋਂ ਉਤਰ ਪਵਾਂਗੇ ਜਿਵੇਂ ਬੰਬਈ ਚੜੇ ਸਾਂ। 2-3 ਦਿਨ ਇੰਜ ਮਹਿਸੂਸ ਹੁੰਦਾ ਰਹੇਗਾ ਕਿ ਪੈਰ ਰੂਸ ਦੀ ਧਰਤੀ ਤੇ ਹਨ, ਪਰ ਦਿਮਾਗ ਵਿੱਚ ਹਾਲੇ ਵੀ ਹਿੰਦੁਸਤਾਨ ਬਿਰਾਜ ਰਿਹਾ ਹੈ। ਫਿਰ ਜਦੋਂ ਮਾਸਕੋ ਦਾ ਨਕਸ਼ਾ ਅੱਖਾਂ ਅੱਗੇ ਕੁਝ ਫੋਕਸ ਵਿੱਚ ਆਉਣ ਲੱਗੇਗਾ, ਅਗਲੇ ਸਾਨੂੰ ਲੈਨਿਨਗ੍ਰਾਡ ਜਾ ਕੇ ਕਿਤੇ ਹੋਰ ਉਡਾ ਛੱਡਣਗੇ। ਯਾਦ ਦੀ ਟੰਕੀ ਨਵੇਂ ਅਸਰਾਤ ਨਾਲ ਪੈਟਰੋਲ ਪੰਪ ਤੇ ਖੜੀ ਕਾਰ ਵਾਂਗ ਫਟਾਫਟ ਭਰੀਣ ਲੱਗ ਜਾਏਗੀ। ਉਸੇ ਮੁਤਾਬਕ ਸਾਡੇ ਸਰੀਰ ਨੂੰ ਵੀ ਤੂੜ ਕੇ ਖਵਾਇਆ ਪਿਆਇਆ ਜਾਏਗਾ। ਸਰੀਰਕ ਤੇ ਮਾਨਸਿਕ ਦੋਵਾਂ ਤਰ੍ਹਾਂ ਨਾਲ ਆਫਰੇ ਹੋਏ ਅਸੀਂ ਮੁਕਰਰ ਤਾਰੀਖ ਫੇਰ ਬੰਬਈ ਪਟਕ ਦਿੱਤੇ ਜਾਵਾਂਗੇ। ਆਪਣੇ ਘਰ ਵਾਲੀਆਂ ਤੇ ਮਿੱਤਰਾਂ ਵੱਲ ਇੰਜ ਖੁਮਾਰੀਆਂ ਨਜ਼ਰਾਂ ਨਾਲ ਵੇਖਾਂਗੇ ਜਿਵੇਂ ਕਈ ਬੇਹੋਸ਼ੀ ਵਿੱਚੋਂ ਜਾਗ ਰਿਹਾ ਹੁੰਦਾ ਹੈ। 3-4 ਦਿਨ ਬਾਅਦ ਬਿਰਤੀ ਤੇ ਤਾਰ ਮੁੜ ਉਹਨਾਂ ਪਰਿਸਥਿਤੀਆਂ ਨਾਲ ਜੁੜਨੇ ਸ਼ੁਰੂ ਹੋ ਜਾਣਗੇ ਜਿਨ੍ਹਾਂ ਨੂੰ ਪਿੱਛੇ ਛੱਡ ਕੇ ਗਏ ਸਾਂ। ਯਾਦ ਦੀ ਟੈਂਕੀ ਜਿਸ ਤੇਜ਼ੀ ਨਾਲ ਭਰੀ ਵੀ ਸੀ, ਉਸੇ ਤੇਜ਼ੀ ਨਾਲ ਖਾਲੀ ਹੋਣੀ ਸ਼ੁਰੂ ਹੋ ਜਾਵੇਗੀ। ਜਦੋਂ ਬਾਕੀ ਮਸਾਂ ਕੁਝ ਬੂੰਦਾਂ ਹੀ ਰਹਿ ਜਾਣਗੀਆਂ, ਇਸਕਸ ਜਾਂ ਹੋਰ ਸੰਸਥਾ ਸਾਨੂੰ ਅੱਖੀ ਡਿੱਠੇ ਹਾਲ ਬਿਆਨਨ ਦੇ ਨਿਮੰਤਰਣ ਭੇਜਣਗੀਆਂ, ਜਿਨ੍ਹਾਂ ਨੂੰ ਮਨਜ਼ੂਰ ਕਰਨਾ ਸਾਡਾ ਫਰਜ਼ ਹੋਵੇਗਾ। ਸਾਨੂੰ ਹਾਰ ਪਹਿਨਾਏ ਜਾਣਗੇ, ਅਸੀਂ ਭਾਸ਼ਣ ਕਰਾਂਗੇ, ਇਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਅਸਾਂ ਸੋਵੀਅਤ ਯੂਨੀਅਨ ਵਿੱਚ ਸਭ ਕੁਝ ਬੜੀ ਨਿਰਪੱਖਤਾ ਅਤੇ ਗਹੂ ਨਾਲ ਵੇਖਿਆ ਹੈ। ਪਰ ਸਰੋਤਿਆਂ ਨੂੰ ਇੰਜ ਮਹਿਸੂਸ ਹੁੰਦਾ ਰਹੇਗਾ ਕਿ ਇਹੋ ਗੱਲਾਂ ਉਹ ਪਹਿਲਾਂ ਵੀ 10 ਵਾਰ ਸੁਣ ਚੁੱਕੇ ਹਨ। ਖੈਰ, ਚੰਗਿਆਈ ਜਾਂ ਬੁਰਿਆਈ ਕੇਵਲ ਸਫ਼ਰ ਦੇ ਸਾਧਨਾਂ ਵਿੱਚ ਥੋੜੀ ਹੁੰਦੀ ਹੈ। ਕੁਝ ਨਾ ਕੁਝ ਤਾਂ ਸਾਧਨ ਇਸਤੇਮਾਲ ਕਰਨ ਵਾਲੇ ਉੱਪਰ ਵੀ ਨਿਰਭਰ ਹੈ। ਪੁਰਾਣੇ ਵਕਤਾਂ ਵਿੱਚ ਸਾਰੇ ਯਾਤਰੂ ਹਿਊਨ ਸੈਂਗ ਵਰਗੇ ਹੀ ਪ੍ਰਬੋਧ ਤਾਂ ਨਹੀਂ ਸਨ ਹੁੰਦੇ, ਸਗੋਂ ਮੰਨਣਾ ਪਏਗਾ ਕਿ ਅੱਜ ਦਾ ਤੇਜ਼ ਰਫ਼ਤਾਰ ਇਨਸਾਨ ਆਪਣੇ ਪ੍ਰਾਚੀਨ ਪੁਰਖਿਆਂ ਦੇ ਮੁਕਾਬਲੇ ਕਿਤੇ ਜ਼ਿਆਦਾ ਚੇਤਨ ਅਤੇ ਸੂਝਵਾਨ ਹੈ। ਕਈ ਸੁਘੜ ਪੱਤਰਕਾਰ ਦਿਨਾਂ ਅੰਦਰ ਅਜਨਬੀਆਂ ਦੇਸ਼ਾਂ ਬਾਰੇ ਅਜਿਹੀਆਂ ਡੂੰਘੀਆਂ ਮਾਲੂਮਾਤ ਦਰਿਆਫਤ ਕਰ ਲੈਂਦੇ ਹਨ ਜੋ ਉੱਥੋਂ ਦੇ ਆਪਣੇ ਲੋਕਾਂ ਨੂੰ ਪਤਾ ਨਹੀਂ ਹੁੰਦੀਆਂ। ਨਿਰਸੰਦੇਹ ਤੇਜ਼ੀ ਨਾਲ ਚੱਕਰ ਮਾਰਨ ਵਾਲਾ ਇਨਸਾਨ ਬੜੀ ਵਿਆਪਕ ਸਮੱਗਰੀ ਇਕੱਤਰ ਕਰ ਸਕਦਾ ਹੈ ਅਤੇ ਉਹ ਵਧੇਰੇ ਪ੍ਰਮਾਣਿਕ ਹੁੰਦੀ ਹੈ ਕਿਉਂਕਿ ਉਹ ਆਪ ਉਸ ਵਿੱਚ ਲਿਪਤ ਨਹੀਂ ਹੁੰਦਾ। ਉਸ ਦਾ ਮਨ ਕੈਮਰੇ ਵਾਂਗ ਫੋਟੋ ਖਿੱਚਦਾ ਚਲਾ ਜਾਂਦਾ ਹੈ। ਫੋਟੋ ਵਿੱਚ ਜਾਨ ਬੇਸ਼ੱਕ ਨਹੀਂ ਹੁੰਦੀ, ਪਰ ਉਹ ਝੂਠ ਕਦੇ ਨਹੀਂ ਬੋਲਦਾ। ਹਵਾਈ ਜਹਾਜ਼ਾਂ ਦੇ ਯੁੱਗ ਦੇ ਆਦਮੀ ਦੀ ਚੇਤਨਾ ਨੂੰ ਵੀ ਕੈਮਰੇ ਵਾਂਗਰ ਬਣਨਾ ਪਏਗਾ, ਫਿਰ ਕੋਈ ਮੁਸ਼ਕਲ ਨਹੀਂ। ਜੇ ਮੈਂ ਕੋਸ਼ਿਸ਼ ਕਰਾਂ ਤਾਂ ਇਸ ਵਾਰ ਦੀ ਯਾਤਰਾ ਨੂੰ ਕਈ ਤਰੀਕਿਆਂ ਨਾਲ ਸਫਲ ਤੇ ਉਪਯੋਗੀ ਬਣਾ ਸਕਦਾ ਹਾਂ। ਇਸੇ ਤਰ੍ਹਾਂ ਦਾ ਮੈਂ ਸਵੇਰੇ ਤੁਰਨ ਵੇਲੇ ਆਪਣੇ ਨਾਲ ਵਾਅਦਾ ਵੀ ਕੀਤਾ ਸੀ, ਪਰ ਉਸ ਉੱਪਰ ਅਮਲ ਕਰਨ ਲਈ ਜਿਸ ਅਡੋਲਤਾ ਅਤੇ ਸਵੈ ਸੰਜਮ ਦੀ ਲੋੜ ਹੈ, ਉਹ ਮੈਂ ਕਿੱਥੋਂ ਲਿਆਵਾਂ?
ਮੁੱਢਲਾ ਪ੍ਰਭਾਵ ਵੀ ਆਪਣੇ ਸਾਥੀਆਂ ਤੇ ਕਿਹੋ ਜਿਹਾ ਪਾ ਰਿਹਾ। ਚਲੋ ਬੇਖਬਰੀ ਹੀ ਸਹੀ, ਸੁਪਨਾ ਸਹੀ, ਸੈਰ ਤਫਰੀਹ ਹੀ ਸਹੀ, ਦਿਨ ਸੋਹਣੀ ਤਰ੍ਹਾਂ ਲੰਘ ਜਾਣ, ਆਪਸ ਵਿੱਚ ਕੋਈ ਬਦਮਾਸ਼ਗੀ ਨਾ ਹੋਵੇ, ਇਤਨਾ ਹੀ ਕਾਫੀ ਹੈ। ਰੇਗਿਸਤਾਨ ਬਦਸਤੂਰ ਚਲਦਾ ਜਾ ਰਿਹਾ ਹੈ। ਹੁਣ ਉਸ ਉੱਪਰ ਬੱਦਲਾਂ ਦੀਆਂ ਨਿੱਕੀਆਂ ਨਿੱਕੀਆਂ ਫੁੱਟੀਆਂ ਇੰਜ ਖਿਲਰੀਆਂ ਹੋਈਆਂ ਹਨ ਜਿਵੇਂ ਇੱਕੋ ਸਾਹ ਮੈਂ ਕੜੇ ਤੋਪਾਂ ਦੇ ਗੋਲੇ ਫਾਇਰ ਕੀਤੇ ਹੋਣ। ਹੋਰ ਅੱਗੇ ਜਾ ਕੇ ਫੁੱਟੀਆਂ ਮਿਲਣੀਆਂ ਅਤੇ ਇੱਕੋ ਤਿੱਤਰ ਖੰਭੀ ਬਦਲੀ ਦਾ ਰੂਪ ਧਾਰਨ ਕਰਨੀਆਂ ਸ਼ੁਰੂ ਹੋ ਗਈਆਂ। ਸ਼ਾਇਦ ਏਰਲ ਸਾਗਰ ਨੂੰ ਇਹਨਾਂ ਨੇ ਹੀ ਆਪਣੇ ਆਂਚਲ ਵਿੱਚ ਛੁਪਾ ਲਿਆ। ਕਦੇ ਕਦੇ ਇਹਨਾਂ ਬਦਲਾਂ ਦੇ ਹਿੱਕ ਉੱਪਰ ਸੂਰਜ ਦੀ ਟਿੱਕੀ ਦਾ ਅਕਸ ਛਲਕ ਪੈਂਦਾ ਹੈ। ਬਦਲਾਂ ਨੂੰ ਮੂੰਹ ਉਤਾਂ ਚੁੱਕ ਕੇ ਵੇਖਣ ਦੇ ਦਿਨ ਤੀਕਰ ਹੀ ਸ਼ਾਇਰਾਂ ਦੇ ਮਨ ਵਿੱਚ ਉਹਨਾਂ ਦਾ ਰੋਮਾਂਟਿਕ ਤਸੱਵਰ ਕਾਇਮ ਰਿਹਾ। ਜਦੋਂ ਆਪ ਬਦਲਾਂ ਤੋਂ ਉੱਪਰ ਉੱਡਣਾ ਸ਼ੁਰੂ ਕਰ ਦਿੱਤਾ ਤਾਂ ਦਿਲ ਵਿੱਚ ਉਹਨਾਂ ਲਈ ਇੱਜ਼ਤ ਹੀ ਕੀ ਰਹਿ ਜਾਣੀ ਸੀ। ਜੇ ਕਾਲੀਦਾਸ ਆਪ ਉੱਡ ਸਕਦਾ ਹੁੰਦਾ ਤਾਂ ਉਹਨੇ ਕਦੇ ਮੇਘਦੂਤ ਨਹੀਂ ਸੀ ਲਿਖਣਾ। 2 ਮਾਰਟੀਨੀ ਅਤੇ 2 ਬੀਅਰ ਦੀਆਂ ਛੋਟੀਆਂ ਬੋਤਲਾਂ ਦਾ ਬਹੁਤਾ ਨਸ਼ਾ ਨਹੀਂ ਹੋ ਸਕਦਾ, ਪਰ ਫੇਰ ਵੀ ਮੇਰੀਆਂ ਸੋਚਾਂ ਕੁਝ ਨਾ ਕੁਝ ਅਵਾਰਾ ਜ਼ਰੂਰ ਹੋ ਗਈਆਂ ਸਨ। 12 ਵੱਜ ਚੁੱਕੇ ਸਨ। ਹੋਸਟਸ ਲੰਚ ਲਿਆ ਰਹੀ ਸੀ ਵਾਰੀ-ਵਾਰੀ ਮੁਸਾਫਰਾਂ ਲਈ। ਇੱਕ ਵਾਰੀ ਗਲੀ ਦੇ ਅੱਧ ਵਿਚਾਲੇ ਉਸਦਾ ਮੁਖੜਾ ਤੇ ਉਰੋਜ਼ ਬਿੰਦਕੂ ਲਈ ਕਿਸੇ ਅਲੌਕਿਕ ਜਿਹੇ ਪ੍ਰਕਾਸ਼ ਨਾਲ ਲਿਸ਼ਕ ਪਏ। ਪਤਾ ਨਹੀਂ ਕਿੱਧਰੋਂ ਆਈ ਸੀ ਇਹ ਰਿਸ਼ਮ। 4 ਚੰਨ ਲਾ ਗਈ ਉਸਦੇ ਹੁਸਨ ਨੂੰ। ਟਰੇ ਰੱਖ ਕੇ ਜਦੋਂ ਵਾਪਸ ਮੁੜ ਗਈ ਕੂਲੇ ਮਟਕਾਉਂਦੀ ਤਾਂ ਮੈਂ ਮਨ ਵਿੱਚ ਆਖਿਆ, ਕੁੜੀਏ, ਸਮਾਜਵਾਦ ਦੇ ਯੁੱਗ ਵਿੱਚ ਵੀ ਤੇਰੀ ਇਹੋ ਸੁੰਦਰਤਾ ਰਹੇਗੀ, ਪਰ ਇਹ ਨਕਲੀ ਨਾਜ਼ ਨਖਰਿਆਂ ਦੀ ਖੇਚਲ ਤੈਨੂੰ ਨਹੀਂ ਕਰਨੀ ਪਿਆ ਕਰੇਗੀ। ਆਪੇ ਹੀ ਇਸ ਖਿਆਲ ਦੀ ਦਾਦ ਵੀ ਦੇ ਦਿੱਤੀ। ਮੁੱਢਲੇ ਦੌਰ ਵਿੱਚ ਤਰੱਕੀ ਪਸੰਦ ਅਦੀਬ ਇਹੋ ਜਿਹੀ ਹੀ ਸ਼ਾਇਰੀ ਕਰਦੇ ਹੁੰਦੇ ਸਨ। तेरे माथे पे ये आंचल बहुत ही खूब है, लेकिन तो इस आंचल में एक परचम बना लेती तो अच्छा था। लंच ते बाद बहुत सारे मुसाफिर सुस्त ਜਿਹੇ ਹੋ ਕੇ ਆਪਣੀ ਆਪਣੀ ਸੀਟ ਵਿੱਚ ਗਰਕ ਹੋ ਗਏ, ਜਿਵੇਂ ਸਫ਼ਰ ਦੇ ਇਤਨੇ ਲਮਕ ਜਾਣ ਦੀ ਉਹਨਾਂ ਨੂੰ ਆਸ ਨਹੀਂ ਸੀ। ਹੁਣ ਥੱਲੇ ਧਰਤ ਇੱਕਦਮ ਕੱਜੀ ਗਈ ਸੀ ਬਦਲਾਂ ਦੀ ਅਟੁੱਟ ਤੇ ਮੁਜੰਮਿਦ ਚਾਦਰ ਨਾਲ। ਰੇਤ ਦੀ ਥਾਂ ਬਦਲਾਂ ਦੇ ਸਹਿਰਾਂ ਨੇ ਲੈ ਲਈ ਸੀ। ਦੋਵੇਂ ਵੇਖਣ ਵਿੱਚ ਸਾਮਾਨ ਇੱਕੋ ਜਿਹੇ ਉਤਰਾ ਚੜਾਵੀ ਸਨ ਦੋਨਾਂ ਦੇ। ਇੱਕ ਥਾਂ ਵੀ ਕਿਤੇ ਸ਼ਗਾਫ ਨਹੀਂ। ਕੁੱਲ ਧਰਤ ਤੇ ਜਿਵੇਂ ਮੈਲੀ ਜਿਹੀ ਮਖਮਲ ਦਾ ਗਿਲਾਫ ਚਾੜ ਦਿੱਤਾ ਗਿਆ ਹੋਵੇ। ਬੇਅੰਤ ਵਿਸ਼ਾਲਤਾ ਅਤੇ ਇਕਸਾਰਤਾ ਉੱਪਰ ਵਿਮਾਨ ਫਿਰ ਇੱਕ ਤੁਪਕੇ ਵਾਂਗਰ ਹੋ ਗਿਆ ਸੀ। ਇਸ ਵੇਲੇ ਉਹ ਤੁਪਕਾ ਕਿੱਥੇ ਸੀ ਜਿਸ ਦਾ ਨਾਮ ਸ਼ਬਨਮ ਹੈ, ਮੇਰੀ ਲੜਕੀ, ਜਿਸ ਦਾ ਅੱਜ ਜਨਮ ਦਿਨ ਹੈ। ਅੱਗੇ ਲੋਕੀ ਸੁਨ ਸਮਾਧੀਆਂ ਲਾਂਦੇ ਤੇ ਵਰਤ ਰੱਖਦੇ ਸਨ, ਸ੍ਰਿਸ਼ਟ ਦੇ ਮੁਕਾਬਲੇ ਆਪਣੀ ਵਿਅਕਤੀ ਤੁੱਛਤਾ ਨੂੰ ਮਹਿਸੂਸਨ ਅਤੇ ਹਉਮੈ ਨੂੰ ਮਾਰਨ ਲਈ। ਪਰ ਹੁਣ ਕਿਸੇ ਤਪੱਸਿਆ ਦੀ ਲੋੜ ਨਹੀਂ, ਕੇਵਲ ਬੋਇੰਗ ਹਵਾਈ ਜਹਾਜ਼ ਵਿੱਚ ਟਿਕਟ ਖਰੀਦ ਕੇ ਜਾ ਬੈਠਣ ਦੀ ਲੋੜ ਹੈ। ਜੇ ਸਪੁਤਨਿਕ ਦਾ ਟਿਕਟ ਮਿਲ ਜਾਏ ਤਾਂ ਹੋਰ ਵੀ ਚੰਗੀ ਗੱਲ ਹੈ। ਕਿਤਨਾ ਵੱਡਾ ਮੁਲਕ ਸੀ ਸੋਵੀਅਤ ਯੂਨੀਅਨ, ਕੋਲ ਬੈਠੇ ਗੋਪਾਲਨ ਨੇ ਦੱਸਿਆ। ਹਿੰਦੁਸਤਾਨ ਤੋਂ 7 ਗੁਣਾ ਰਕਬਾ ਹੈ ਇਸਦਾ, ਪਰ ਆਬਾਦੀ ਹਿੰਦੁਸਤਾਨ ਤੋਂ ਅੱਧੀ ਵੀ ਨਹੀਂ। ਕਾਰਨ ਇਹਨਾਂ ਅਸੀਮ ਬਿਆਬਾਨਾਂ ਨੂੰ ਵੇਖ ਕੇ ਸਪਸ਼ਟ ਹੋ ਜਾਂਦਾ ਹੈ। ਇਸ ਦੇਸ਼ ਦੇ ਬੜੇ ਵੱਡੇ ਖਿੱਤੇ ਉਜਾੜ ਪਏ ਹਨ। ਸਾਈਬੇਰੀਆ ਵੀ ਇੱਕ ਅਸੀਮ ਉਜਾੜ ਹੁੰਦਾ ਸੀ, ਪਰ ਹੁਣ ਉੱਥੇ ਬਹੁਤ ਸਾਰੀਆਂ ਨੌ ਆਬਾਦੀਆਂ ਉਸਰ ਰਹੀਆਂ ਹਨ। ਅਗਲੀ ਸੀਟ ਤੋਂ ਗਿਆਨੀ ਜੀ ਨੇ ਮੁੜ ਕੇ ਕਿਹਾ, ਕਿਉਂ ਬਲਰਾਜ ਜੀ, ਇਹ ਬੱਦਲ ਨੇ ਜਾਂ ਧਰਤੀ ਇਹੋ ਜਿਹੀ ਏ? ਬਾਲੂ ਰੇਤਾ ਮਾਲੂਮ ਹੁੰਦਾ ਹੈ ਤਾਂ ਜਿਵੇਂ। ਬੱਦਲ ਹੀ ਨੇ ਜੀ, ਜਿੱਥੋਂ ਤੱਕ ਮੇਰਾ ਖਿਆਲ ਹੈ। ਬੜੇ ਹੀ ਸੰਘਣੇ ਐ ਸਹੁਰੇ, ਸੈਂਕੜੇ ਮੀਲਾਂ ਤੀਕਰ ਤੁਰੀ ਜਾਣੇ ਐ। ਠੰਡ ਤਾਂ ਹੋਊਗੀ ਜੀ ਬਹੁਤੀ ਫਿਰ ਇੱਥੇ। ਮਾਸਕੋ ਤੀਕਰ ਇਸੇ ਤਰ੍ਹਾਂ ਹੀ ਰਹਿਣਾ, ਫਿਰ ਤਾਂ ਕੀ ਨਜ਼ਰ ਆਉਣਾ ਹੇਠਾਂ। ਦੇਖੋ, ਇਹਨਾਂ ਨੇ ਤਾਸ਼ਕੰਦ अनाउंस नहीं किया। ताशकंद को भूल जाइए, अब घंटे भर में अब हम मास्को पहुंचने वाले हैं, गोपालन ने कहा। अरे भाई, वो तो हमें मालूम है, हम तो ऐसे ही कह रहे थे। ते ज्ञानी जी ने फिर मेरी तरफ मुखातब होके पंजाबी विच कहा, कल राती सरदार सवरण सिंह जी मिले सी। वो कह रहे सी भाई ताशकंद वेखण वाली थां है, वीज़ा भी काबल दा इत्थों मिल सकदा है।
ਮੁੜਦੀ ਵਾਰੀ ਤਾਸ਼ਕੰਦ, ਫਿਰ ਉੱਥੋਂ 1-2 ਦਿਨ ਕਾਬਲ ਵਿੱਚ ਵੀ ਲਾ ਲਈਏ। ਤੁਹਾਡਾ ਕੀ ਵਿਚਾਰ ਹੈ? ਵਿਚਾਰ ਤਾਂ ਬਹੁਤ ਚੰਗਾ ਹੈ, ਪਰ ਸ਼ਾਇਦ ਮੇਰੇ ਲਈ ਮੁਮਕਿਨ ਨਹੀਂ। ਪਿੱਛੋਂ ਬੜੇ ਕੰਮ ਛੱਡ ਕੇ ਆਇਆ ਹਾਂ, ਪਰ ਅਜੇ ਬੜਾ ਵਕਤ ਪਿਆ ਹੈ। ਮਾਸਕੋ ਜਾ ਕੇ ਵੇਖਾਂਗੇ। ਦਾਤਾਰ ਇਕੱਲਾ ਬੈਠਾ ਹੋਇਆ ਸੀ ਬੜੇ ਚਿਰ ਤੋਂ। 2 ਲਫ਼ਜ਼ ਉਸ ਨਾਲ ਵੀ ਸਾਂਝੇ ਕਰ ਲੈਣੇ ਚਾਹੀਦੇ ਹਨ, ਮੈਂ ਸੋਚਿਆ। ਲੀਡਰ ਜੋ ਸਾਂ, ਮੈਂ ਉਸ ਦੀ ਸੀਟ ਕੋਲ ਜਾ ਕੇ ਖਲੋ ਗਿਆ। ਉਹ ਅੰਜਲੀ ਨਾਮਕ ਇੱਕ ਮਰਾਠੀ ਮੈਗਜ਼ੀਨ ਪੜ੍ਹ ਰਿਹਾ ਸੀ। ਮੈਨੂੰ ਉਸ ਦੇ ਨਾਗਰੀ ਅੱਖਰਾਂ ਵੱਲ ਝੁਕਿਆ ਵੇਖ ਕੇ ਦਾਤਾਰ ਨੇ ਕਿਹਾ, ਡੂ ਯੂ ਨੋ ਮਰਾਠੀ? ਲਿਟਲ ਬਿਟ, ਮੈਂ ਜਵਾਬ ਦਿੱਤਾ। ਵੇਅਰ ਆਰ ਵੀ ਨਾਓ? ਕਾਂਟ ਸੀ ਅ ਥਿੰਗ। ਕਿੱਥੇ ਹਾਂ ਹੁਣ ਅਸੀਂ? ਥੱਲੇ ਕੱਖ ਨਹੀਂ ਨਜ਼ਰ ਆਉਂਦਾ। ਆਈ ਥਿੰਕ ਵੀ ਮਸਟ ਹੈਵ ਐਂਟਰਡ ਦੀ ਰਸ਼ੀਅਨ ਰਿਪਬਲਿਕਨ ਪ੍ਰੋਪਰ। ਅਸੀਂ ਰੂਸੀ ਜਨਤੰਤਰ ਵਿੱਚ ਦਾਖਲ ਹੋ ਚੁੱਕੇ ਹੋਵਾਂਗੇ ਹੁਣ ਤੱਕ, ਮੈਂ ਕਿਹਾ। ਦੋਵੇਂ ਹੇਠਾਂ ਵੱਲ ਵੇਖਣ ਲੱਗ ਪਏ। ਹੁਣ ਬੱਦਲਾਂ ਵਿੱਚ ਨਿੱਕੇ ਨਿੱਕੇ ਪਾੜ ਨਿਕਲ ਆਏ ਸਨ। ਇਹਨਾਂ ਵਿੱਚੋਂ ਪਹਾੜੀ ਵਾਦੀਆਂ, ਚੀੜਾਂ ਦੇ ਜੰਗਲਾਂ ਨਾਲ ਘਿਰੇ ਮਕਾਨ ਸਾਫ਼ ਦਿਸ ਰਹੇ ਸਨ। ਕਸ਼ਮੀਰ ਦੇ ਪਹਾੜਾਂ ਵਰਗੇ ਸਰਸਬਜ਼ ਦ੍ਰਿਸ਼। ਕੀ ਪਤਾ ਅਸੀਂ ਕਾਕਾਸਕ ਉੱਪਰੋਂ ਉੱਡ ਰਹੇ ਹੋਈਏ, ਜਿੱਥੋਂ ਦੀਆਂ ਪਰੀਆਂ ਮਸ਼ਹੂਰ ਸਨ। ਦਾਤਾਰ ਦਾ ਵਿਸ਼ਵਾਸ ਸੀ ਮੈਂ ਪਹਿਲਾਂ ਰੂਸ ਆ ਚੁੱਕਾ ਹਾਂ, ਇਸ ਲਈ ਮੈਨੂੰ ਸਭ ਕੁਝ ਮਾਲੂਮ ਹੈ। ਮੈਂ ਆਪਣੀ ਸੀਟ ਤੋਂ ਨਕਸ਼ਾ ਚੁੱਕ ਲਿਆਂਦਾ ਤਾਂ ਜੋ ਜਹਾਜ਼ ਦੀ ਲੋਕੇਸ਼ਨ ਦਾ ਠੀਕ ਅੰਦਾਜ਼ਾ ਲਾਇਆ ਜਾ ਸਕੇ। ਏਰਲ ਸਾਗਰ ਤੋਂ ਅੱਗੇ ਔਕਟਿਊਬਿੰਸਕ ਅਤੇ ਯੂਰਾਲਸਕ ਨਾਂ ਲਿਖੇ ਹੋਏ ਸਨ, ਤਾਂ ਫਿਰ ਅਸੀਂ ਯੂਰਾਲ ਦੇ ਪਹਾੜਾਂ ਉੱਪਰ ਹੋਵਾਂਗੇ। ਕੋਕਾਵ ਦੇ ਪਹਾੜ ਫਿਰ ਕਿੱਧਰ ਗਏ? ਹੋ ਸਕਦਾ ਹੈ ਉਹ ਕੈਸਪੀਅਨ ਸਾਗਰ ਦੇ ਜਨੂਬ ਜਾਂ ਮਗਰਿਬ ਵਿੱਚ ਹੋਣ, ਜਿਸ ਦਾ ਮਤਲਬ ਇਹ ਕਿ ਅਸੀਂ ਅਵਸ਼ ਹੁਣ ਠੇਠ ਰੂਸੀ ਇਲਾਕੇ ਵਿੱਚ ਪਹੁੰਚ ਚੁੱਕੇ ਹਾਂ। ਮੈਂ ਨਕਸ਼ਾ ਖਿਲਾਰ ਕੇ, ਐਨਕ ਚਾੜ ਕੇ ਬੜਾ ਸਿਆਣਾ ਦਿਸਣ ਦੀ ਕੋਸ਼ਿਸ਼ ਕੀਤੀ, ਭਾਵੇਂ ਪਤਾ ਮੈਨੂੰ ਕੱਖ ਨਹੀਂ ਸੀ। ਪਹਿਲਾਂ ਹਮੇਸ਼ਾ ਮੈਂ ਯੂਰਪ ਦੇ ਰਸਤੇ ਮਾਸਕੋ ਗਿਆ ਸਾਂ। ਇੱਧਰੋਂ ਇੱਕ ਵਾਰੀ ਕੇਵਲ ਵਾਪਸੀ ਦਾ ਸਫ਼ਰ ਕੀਤਾ ਸੀ, ਉਹ ਵੀ ਰਾਤ ਵੇਲੇ। ਠੰਡ ਇੱਥੇ ਬੜੀ ਹੋਵੇਗੀ, ਦਾਤਾਰ ਨੇ ਕਿਹਾ। ਤੂੰ ਗਰਮ ਕੱਪੜੇ ਕਾਫੀ ਆਦ ਰੱਖੇ ਹੋਏ ਨਾ? ਦਾਤਾਰ ਨੇ ਹੱਸ ਕੇ ਸਿਰ ਖੱਬੇ ਸੱਜੇ ਹਿਲਾਣਾ ਸ਼ੁਰੂ ਕਰ ਦਿੱਤਾ, ਜਿਸ ਦਾ ਮਤਲਬ ਮਰਾਠੀ ਹਿਸਾਬ ਨਾਲ ਹਾਂ ਅਤੇ ਪੰਜਾਬੀ ਨਾਲ ਨਾ ਹੋ ਸਕਦਾ ਸੀ। ਓਵਰਕੋਟ ਲਿਆਂਦਾ ਹੀ ਕੋਈ ਕਿ ਨਹੀਂ? ਮੈਂ ਪੁੱਛਿਆ। ਨਹੀਂ, ਕੋਈ ਗੱਲ ਨਹੀਂ, ਮੈਂ ਵੀ ਨਹੀਂ ਲਿਆਂਦਾ। ਜੱਫੀ ਮਾਰ ਕੇ ਟੁਰਿਆ ਕਰਾਂਗੇ। ਪਿਛਲੀ ਸੀਟ ਤੋਂ ਬਾਲ ਡੰਡਾ ਯੁੱਧਮ ਦੀ ਆਵਾਜ਼ ਆਈ। ਬਸ ਦਿੱਲੀ ਦੀਆਂ ਸਰਦੀਆਂ ਜਿਤਨੀ ਠੰਡ ਹੋਵੇਗੀ। ਕਾਮਰੇਡ ਡਾਂਗੇ ਮਾਸਕੋ ਹੋ ਕੇ ਵਾਪਸ ਗਏ ਸਨ। ਕਹਿੰਦੇ ਸਨ ਬਹੁਤ ਮਾਮੂਲੀ ਠੰਡ ਹੈ। ਸਰੀਰ ਨੂੰ ਹਰਕਤ ਦੇਣ ਲਈ ਮੈਂ ਹੋਰ ਅਗਾਂਹ ਤੁਰ ਪਿਆ ਅਤੇ ਅਖਬਾਰਾਂ ਵਾਲੇ ਰੈਕ ਕੋਲ ਜਾ ਖਲੋਤਾ। ਔਨਲੁਕਰ, ਲਾਈਫ, ਐਸਕੁਆਇਰ ਅਤੇ ਹੋਰ ਸਾਰੀਆਂ ਜ਼ੁਬਾਨਾਂ ਦੇ ਅਖਬਾਰਾਂ ਵਿੱਚ ਵੀ ਖਰੋਸ਼ੋਵ ਦੇ ਗੱਦੀਆਂ ਲੈਣ ਨੂੰ ਬਹਾਨਾ ਬਣਾ ਕੇ ਰੂਸ ਬਾਰੇ ਤੋਹਮਤੀ ਲੱਖ ਅਤੇ ਸਹਿਮਾਊ ਤਸਵੀਰਾਂ ਛਾਪੀਆਂ ਹੋਈਆਂ ਸਨ। ਇਹਨਾਂ ਦਾ ਮਕਸਦ ਪਾਠਕਾਂ ਨੂੰ ਕਿਸੇ ਪ੍ਰਕਾਰ ਦੀ ਸੱਚੀ ਵਾਕਫੀ ਦੇਣਾ ਨਹੀਂ, ਉਹਨਾਂ ਦੀ ਅਕਲ ਨਾਲ ਧੋਖਾ ਕਰਨਾ ਸੀ। ਸੋਵੀਅਤ ਯੂਨੀਅਨ ਅਤੇ ਕਮਿਊਨਿਜ਼ਮ ਖਿਲਾਫ ਜ਼ਹਿਰ ਘੋਲਣਾ ਸੀ। ਮੈਂ ਫਿਰ ਟੋਲਿਆ, ਸ਼ਾਇਦ ਕਿਤੇ ਕੋਈ ਸੋਵੀਅਤ ਰਸਾਲਾ ਵੀ ਨਿਕਲ ਹੀ ਆਵੇ। ਮਾਸਕੋ ਤੋਂ ਨਿਊ ਟਾਈਮਜ਼, ਸੋਵੀਅਤ ਲਿਟਰੇਚਰ, ਸੋਵੀਅਤ ਫਿਲਮ, ਸੋਵੀਅਤ ਵੂਮਨ, ਇੰਟਰਨੈਸ਼ਨਲ ਅਫੇਅਰਸ ਅਤੇ ਹੋਰ ਵੀ ਕਿਤਨੇ ਅੰਗਰੇਜ਼ੀ ਪੱਤਰ ਛਪਦੇ ਸਨ। ਜੇ ਇੱਕ ਧਿਰ ਨੂੰ ਤੋਹਮਤਾਂ ਲਾਉਣ ਦੀ ਖੁੱਲ੍ਹ ਹੈ ਤਾਂ ਦੂਜੇ ਨੂੰ ਵੀ ਆਪਣਾ ਦ੍ਰਿਸ਼ਟੀਕੋਣ ਪੇਸ਼ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਜੇ ਹਿੰਦੁਸਤਾਨ ਦੀ ਨਿਰਪੱਖ ਖਾਲਸੀ ਦੀ ਏਅਰ ਇੰਡੀਆ ਵਾਲਿਆਂ ਨੂੰ ਪਰਵਾਹ ਨਹੀਂ, ਤਾਂ ਇਸ ਗੱਲ ਦਾ ਤਾਂ ਕਮ ਸੇ ਕਮ ਖਿਆਲ ਰੱਖਣਾ ਚਾਹੀਦਾ ਹੈ ਕਿ ਜਹਾਜ਼ ਮਾਸਕੋ ਹੋ ਕੇ ਲੰਡਨ ਜਾਂਦਾ ਹੈ। ਕੋਈ ਐਸੀ ਹਰਕਤ ਨਾ ਕੀਤੀ ਜਾਏ ਜਿਸ ਨਾਲ ਰੂਸੀ ਸਵਾਰੀਆਂ ਜਾਂ ਏਅਰਪੋਰਟ ਕਰਮਚਾਰੀਆਂ ਦੀ ਦਿਲਾਜ਼ਾਰੀ ਹੋਵੇ। ਪਰ ਇੱਥੇ ਤਾਂ ਦ੍ਰਿਸ਼ਟੀਕੋਣ ਇਸ ਦੇ ਉਲਟ ਪਿਆ ਜ਼ਾਹਰ ਹੁੰਦਾ ਹੈ। ਆਮ ਤੌਰ 'ਤੇ ਅਜਿਹੀਆਂ ਗਫਲਤਾਂ ਇਤਫਾਕੀਆਂ ਨਹੀਂ ਹੁੰਦੀਆਂ। ਨਿਊ ਸਟੇਟਸਮੈਨ ਐਂਡ ਨੇਸ਼ਨ ਬਾਕੀਆਂ ਦੇ ਮੁਕਾਬਲ ਕੁਝ ਸੰਜੀਦਾ ਅਖਬਾਰ ਸੀ। ਉਸ ਦੀ ਜਿਲਦ ਚੁੱਕ ਕੇ ਮੈਂ ਆਪਣੀ ਸੀਟ 'ਤੇ ਆ ਬੈਠਾ। ਕੁਝ ਦਿਨ ਪਹਿਲਾਂ ਚੀਨ ਦੇ ਕੀਤੇ ਅਣੂਬੰਬ ਵਿਸਫੋਟ ਬਾਰੇ ਇੱਕ ਲੇਖ ਪੜ੍ਹਦਾ ਉੱਗਣ ਲੱਗ ਪਿਆ। ਦੁਨੀਆ ਬਹੁਤ ਵੱਡੀ ਹੈ, ਬਹੁਤਾ ਕਿਸੇ ਪਾਸੇ ਦਾ ਤਰਫਦਾਰ ਨਹੀਂ ਹੋਣਾ ਚਾਹੀਦਾ। ਰੂਸੀਆ ਨੇ ਆਪ ਕਿਹੜਾ ਖਰੂਸ਼ੋਵ ਨਾਲ ਸਹਾਰਨਯੋਗ ਸਲੂਕ ਕੀਤਾ ਹੈ। ਜੇ ਸਰਮਾਏਦਾਰੀ ਦੇਸ਼ਾਂ ਦੇ ਅਖਬਾਰ ਸੋਵੀਅਤ ਨਿਜ਼ਾਮ ਦੀਆਂ ਕੇਵਲ ਬੁਰਾਈਆਂ ਹੀ ਪੇਸ਼ ਕਰਦੇ ਹਨ, ਤਾਂ ਸੋਵੀਅਤ ਅਖਬਾਰ ਆਪ ਵੀ ਤਾਂ ਕੇਵਲ ਉਸ ਦੀਆਂ ਖੂਬੀਆਂ ਪੇਸ਼ ਕਰਕੇ ਅਕਾਉਂਦੇ ਹਨ। ਰਾਤ ਦਿਨ ਗਰਦਿਸ਼ ਮੇਂ ਹੈ ਸਾਤ ਆਸਮਾਨ।
होके रहेगा कुछ ना कुछ, घबराए क्या। ਖਿਆਲ ਨਹੀਂ ਕਿਤਨਾ ਸੁੱਤਾ ਹੋਵਾਂ। ਮੇਰਾ ਸਾਹ ਖੁਸ਼ਕ ਅਤੇ ਨੱਕ ਵਿੱਚ ਜਲਨ ਜਿਹੀ ਹੋਣ ਲੱਗ ਪਈ, ਜਿਵੇਂ ਕਸ਼ਮੀਰ ਦੇ ਕਿਸੇ ਬਹੁਤ ਉੱਚੇ ਪਹਾੜ 'ਤੇ ਜਾ ਚੜ੍ਹਿਆ ਹੋਵਾਂ। ਨਾਲੇ ਕੰਨ ਡੁੱਬ ਹੋਣ ਲੱਗ ਪਏ। ਇਹ ਨਿਸ਼ਾਨੀ ਜਹਾਜ਼ ਦੇ ਉਤਰਾਈ ਆਰੰਭ ਦੀ ਸੀ। ਮੈਂ ਵੇਖਿਆ ਬਾਕੀ ਮੁਸਾਫਰ ਅਜੇ ਵੀ ਬੇਖਬਰ ਸੁੱਤੇ ਪਏ ਹਨ। ਇਸ ਵੇਲੇ ਕੇਵਲ ਮੈਨੂੰ ਪਤਾ ਸੀ ਕਿ ਹੁਣ ਅਸੀਂ 15-20 ਮਿੰਟਾਂ ਅੰਦਰ ਮਾਸਕੋ ਉਤਰ ਪਵਾਂਗੇ। ਮੌਕੇ ਦਾ ਲਾਭ ਉਠਾ ਕੇ ਮੈਂ ਆਪਣਾ ਛੋਟਾ ਬੈਗ ਚੁੱਕਿਆ ਤੇ ਜਹਾਜ਼ ਦੇ ਪਿਛਵਾੜੇ ਗੁਸਲਖਾਨੇ ਵਿੱਚ ਚਲਾ ਗਿਆ। ਬੜੀ ਅਕਾਬਰੀ ਨਾਲ ਸੋੜੀ ਥਾਵੇਂ ਕੱਪੜੇ ਉਤਾਰ ਕੇ ਪਤਲੂਨ ਹੇਠਾਂ ਉੱਨ ਦੀ ਗਰਮ ਪਜਾਮੀ ਅਤੇ ਕਮੀਜ਼ ਹੇਠਾਂ ਗਰਮ ਬਨਿਆਨ ਪਹਿਨ ਲਈ। ਕਮੀਜ਼ ਉੱਪਰ ਇੱਕ ਮੋਟਾ ਪੁਲੋਵਰ ਅਤੇ ਇਸ ਕਰਤੱਵ ਤੋਂ ਫਾਰਗ ਨਹੀਂ ਸਾਂ ਹੋਇਆ ਕਿ ਗੁਸਲਖਾਨੇ ਅੰਦਰ ਦੀ ਹੋਸਟੈਸ ਦੀ ਆਵਾਜ਼ ਸੁਣ ਕੇ ਤ੍ਰਹਿ ਗਿਆ। ਲਾਊਡ ਸਪੀਕਰ ਸੀ, ਫਿਰ ਵੀ ਜਿਤਨੀ ਦੇਰ ਤੱਕ ਆਵਾਜ਼ ਆਉਂਦੀ ਰਹੀ ਮੇਰਾ ਬੇਪਰਦ ਹੋ ਜਾਣ ਦਾ ਅਹਿਸਾਸ ਨਾ ਟੁੱਟਿਆ। ਉਹ ਪੇਟੀ ਬੰਨ੍ਹਣ ਲਈ ਕਹਿ ਰਹੀ ਸੀ। ਅਸੀਂ ਮਾਸਕੋ ਉਤਰਨ ਵਾਲੇ ਸਾਂ। ਆਪਣੇ ਵੇਲੇ ਸਿਰ ਤਿਆਰ ਹੋ ਜਾਣ ਦੀ ਖੁਸ਼ੀ ਹੋਈ। ਹੁਣ ਜੇ ਬਾਹਰ ਦਿੱਲੀ ਤੋਂ ਦੂਣੀ ਵੀ ਠੰਡ ਹੋਵੇ, ਮੈਂ ਆਪਣੀ ਅੱਦੜਤਾ ਲੁਕਾਉਣ ਅਤੇ ਜਵਾਨਾਂ ਵਾਲੀ ਚੁਸਤੀ ਦਿਖਾਉਣ ਦੇ ਕਾਬਿਲ ਹੋ ਜਾਵਾਂਗਾ, ਜੋ ਐਕਟਰ ਲਈ ਇੱਕ ਆਵਸ਼ਕ ਗੁਣ ਹੈ। ਵਾਪਸੀ 'ਤੇ ਆ ਗਿਆ। ਪੇਟੀ ਬੰਨ੍ਹ ਲਈ। ਬੱਦਲਾਂ ਦਾ ਕਾਲੀਨ ਉੱਪਰ ਆ ਰਿਹਾ ਸੀ। ਖੌਰੇ ਕਿਤਨੇ ਸੈਂਕੜੇ ਕਿਤਨੇ ਹਜ਼ਾਰ ਮੀਲ ਇਹ ਅਖੰਡ ਬੱਦਲ ਵੇਖਿਆ ਸੀ। ਇੱਕੋ ਬੱਦਲ ਦਾ ਇਤਨਾ ਵੱਡਾ ਪਸਾਰਾ ਕਦੇ ਕਲਪਨਾ ਵਿੱਚ ਨਹੀਂ ਸਾ ਆਇਆ। ਨੇੜੇ ਆ ਕੇ ਹੁਣ ਇਹ ਇੱਕ ਹੜ੍ਹ ਵਾਂਗ ਪਿਆ ਭਾਸਦਾ ਸੀ। ਹੁਣ ਇਸ ਦੀਆਂ ਵਿੱਥਾਂ ਤੇ ਝਰੂੜੀਆਂ ਵੀ ਨੁਮਾਇਆਂ ਹੋ ਗਈਆਂ ਸਨ। ਸੰਘਣਾਪਣ ਪਿੰਜਿਆ ਗਿਆ ਸੀ। ਅਕਸਮਾਤ ਮੇਰੀ ਬਾਰੀ ਵਾਲੇ ਪਾਸੇ ਜਹਾਜ਼ ਦਾ ਖੰਭ ਉੱਚਾ ਹੋ ਗਿਆ। ਉਸ ਦੇ ਅੱਧ ਵਿਚਕਾਰੋਂ ਇੱਕ ਨਿੱਕੜਾ ਖੰਭ ਬਾਹਰ ਆ ਕੇ ਹੇਠਾਂ ਸਰਕਣ ਲੱਗ ਪਿਆ। ਉਸ ਦੀਆਂ ਤਿੱਖੀਆਂ ਕਿੰਗਰੀਆਂ ਜਿਵੇਂ ਚੀਜ਼ ਨੂੰ ਪੰਜਾ ਮਾਰਨਾ ਲੋਚਦੀਆਂ ਹੋਣ। ਉੱਪਰ ਵਾਕ ਇੱਕ ਗਿਰਾਰੀ ਤੇਜ਼ੀ ਨਾਲ ਘੁੰਮ ਰਹੀ ਸੀ। ਕਿਤਨਾ ਜ਼ਰੂਰੀ ਤੇ ਵੱਡਾ ਕੰਮ ਕਰ ਰਹੀ ਸੀ ਇਸ ਵੇਲੇ ਇੱਕ ਨਿੱਕੀ ਜਿਹੀ ਗਿਰਾਰੀ। ਇਕੱਲ ਮੁਕਲੀ ਐਸੀ ਥਾਂ ਖੜੀ ਜਿਸ ਦਾ ਉਸ 'ਤੇ ਲਾਉਣ ਵਾਲੇ ਨੂੰ ਵੀ ਕੋਈ ਅਨੁਭਵ ਨਹੀਂ ਸੀ। ਮੌਸਮ ਬਾਹਰ ਉਸ ਖਲਾਅ ਵਿੱਚ ਖੌਰੇ ਕਿਹੋ ਜਿਹਾ ਹੈ। ਅਸੀਂ ਅੰਦਰ ਸੁਰੱਖਿਅਤ ਹਾਂ, ਪਰ ਉਹ ਗਿਰਾਰੀ ਕਿਸੇ ਤਰ੍ਹਾਂ ਵੀ ਸੁਰੱਖਿਅਤ ਨਹੀਂ, ਪਰ ਫਿਰ ਵੀ ਦਿੱਤੇ ਹੁਕਮ ਨੂੰ ਨਿਭਾ ਰਹੀ ਸੀ। ਉਤਰਾਈ ਲਈ ਪੰਖ ਸੇਧ ਲੈਣ ਪੁਰ ਯਖਲਖਤ ਵਿੱਚ ਬਾਜ਼ ਸ਼ਿਕਾਰ ਉੱਪਰ ਝਪਟਾ ਮਾਰਦਾ ਹੈ। ਕਪਤਾਨ ਨੇ ਬਦਲਾਂ ਵਿੱਚ ਗੋਤਾ ਮਾਰ ਦਿੱਤਾ। ਅਨੁਮਾਨ ਸੀ ਅਕਰ ਹੁੰਦਿਆਂ ਹੀ ਹਵਾਈ ਜਹਾਜ਼ ਦਾ ਸਰੀਰ ਕੰਬੇਗਾ, ਪਰ ਇਹ ਕੋਈ ਛੋਟਾ ਮੋਟਾ ਜਹਾਜ਼ ਨਹੀਂ ਸੀ। ਕੁਝ ਵੀ ਨਹੀਂ ਹੋਇਆ। ਹੁਣ ਅਸੀਂ ਗੁਆਚ ਗਏ ਧੁੰਦ ਵਿੱਚ। ਖੰਭਾਂ ਦੀ ਆਕ੍ਰਿਤੀ ਆਊਟ ਆਫ ਫੋਕਸ ਹੋ ਗਈ। ਇਸ ਧੁੰਦ ਮੰਡਲ ਵਿੱਚ ਕਿਤੇ ਕਿਤੇ ਧੁੱਪ ਦੀ ਅਲੌਕਿਕ ਪੀਲੇਮਾ ਲਿਸ਼ਕ ਪੈਂਦੀ ਸੀ। ਬਹੁਤ ਸਾਰਾ ਚਿਰ ਇਸ ਗੁਆਚੀ ਅਵਸਥਾ ਵਿੱਚ ਗੁਜ਼ਰਿਆ। ਖੌਰੇ ਥੱਲੇ ਕੀ ਹਾਲ ਸੀ? ਹਵਾਈ ਅੱਡਾ ਦਿਸੇਗਾ ਪਾਇਲਟ ਨੂੰ ਕਿ ਨਹੀਂ? ਅਜੇ ਤਾਂ ਉਹ ਆਪਣੇ ਕਲ ਪੁਰਜ਼ਿਆਂ ਦੇ ਆਸਰੇ ਹੀ ਹੇਠਾਂ ਲੈਂਦਾ ਜਾ ਰਿਹਾ ਸੀ। ਇੱਕ ਅਜਿਹੇ ਦੈਂਤ ਦੀਆਂ ਵਾਗਾਂ ਫੜੀ ਜੋ ਇੱਕ ਕੀਤੀ ਗਲਤੀ ਨੂੰ ਵੀ ਮਾਫ਼ ਨਹੀਂ ਕਰ ਸਕਦਾ। ਸੱਚਮੁੱਚ ਅੱਜ ਦੇ ਯੁੱਗ ਦੇ ਸਭ ਤੋਂ ਵੱਡੇ ਸੂਰਮੇ ਇਹ ਹਵਾਬਾਜ਼ ਤੇ ਪੁਲਾੜਬਾਜ਼ ਹੀ ਅਖਵਾ ਸਕਦੇ ਹਨ। ਸ਼ਾਬਾਸ਼ ਹੈ ਇਹਨਾਂ ਦੀ ਬਹਾਦਰੀ ਨੂੰ, ਪਰ ਉਹਨਾਂ ਦੀ ਨੂੰ ਨਹੀਂ ਜਿਹੜੇ ਨਿਹੱਥੇ ਸ਼ਹਿਰੀਆਂ ਤੇ ਬੰਬ ਸੁੱਟਦੇ ਹਨ। ਬੱਦਲਾਂ ਦੀ ਹੇਠਲੀ ਤਹਿ ਤੋਂ ਵੀ ਥੱਲੇ ਲੈ ਆਏ। ਇੰਜ ਲੱਗਦਾ ਸੀ ਜਿਵੇਂ ਛੱਤ ਹੇਠ ਆ ਗਏ ਹੋਈਏ। ਧੁੱਪ ਗਾਇਬ। ਧਰਤ ਨਿਵਾਸੀਆਂ ਤੇ ਤਰਸ ਆਉਣਾ ਸ਼ੁਰੂ ਹੋ ਗਿਆ, ਜਿਨ੍ਹਾਂ ਉੱਪਰ ਬੱਦਲਾਂ ਦਾ ਇਤਨਾ ਗਲਬਾ ਹੈ। ਸਰਦੀਆਂ ਦੇ ਮੌਸਮ ਕਿਸੇ ਦੀ ਧੁੱਪ ਰੋਕ ਬਹਿਣਾ ਭਲਾ ਕਿੱਥੋਂ ਦੀ ਸ਼ਰਾਫਤ ਹੈ। ਮੇਰੇ ਵੀਰ ਨੇ ਦੱਸਿਆ ਸੀ ਮਾਸਕੋ ਵਿੱਚ ਕਈ ਮਹੀਨੇ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਹੁੰਦੇ। ਖੌਰੇ ਕਿਵੇਂ ਬਰਦਾਸ਼ਤ ਕਰ ਲੈਂਦੇ ਹੋਣਗੇ ਲੋਕੀ ਇਸ ਦੁਖਾਂਤ ਨੂੰ। ਸੂਰਜ, ਚੰਨ, ਤਾਰੇ ਇਹਨਾਂ ਦੀ ਸਹਿ ਹੋਂਦ ਵਿੱਚ ਪਲਦੇ ਹਾਂ ਅਸੀਂ ਹਿੰਦੁਸਤਾਨੀ। ਇਹਨਾਂ ਸਾਥੀਆਂ ਦੇ ਦੀਦਾਰ ਤੋਂ ਮਹਿਰੂਮ ਹੋ ਜਾਣਾ ਸਾਡੇ ਲਈ ਅਸਹਿ ਸੰਤਾਪ ਹੈ। ਪਰ ਆਖਦੇ ਹਨ ਰੂਸੀਆਂ ਨੂੰ ਆਪਣੇ ਸਿਆਲੇ ਉੱਪਰ ਬੜਾ ਨਾਜ਼ ਹੈ ਅਤੇ ਉਹ ਉਹਨੂੰ ਬਹੁਤ ਪਸੰਦ ਕਰਦੇ ਹਨ। ਹੁਣ ਹੇਠਾਂ ਸਭ ਕੁਝ ਸਾਫ਼ ਦਿਖਾਈ ਦੇ ਰਿਹਾ ਸੀ। ਮਾਸਕੋ ਤੋਂ ਬਾਹਰ ਲੋਕੀ ਛੁੱਟੀ ਮਨਾਉਣ ਲਈ ਛੋਟੇ ਢਾਂਚੇ ਕੁਟੀਆਵਾਂ ਬਣਾ ਕੇ ਰਹਿੰਦੇ ਹਨ। ਇਹ ਢਾਂਚੇ ਲੋਕਾਂ ਦੀ ਜਾਤੀ ਮਲਕੀਅਤ ਹੁੰਦੇ ਹਨ। ਇਹਨਾਂ ਨੂੰ ਇਹ ਕਿਰਾਏ 'ਤੇ ਵੀ ਚਾੜ ਸਕਦੇ ਹਨ।
ਡਾਂਚਿਆਂ ਦੇ ਆਲੇ ਦੁਆਲੇ ਨੰਗ ਧੜੰਗ ਬਰਚ ਦਰਖਤਾਂ ਦੇ ਜੰਗਲਾਤ ਸਨ। ਇਹ ਦਰਖਤ ਰੂਸੀਆਂ ਨੂੰ ਉਤਨਾ ਹੀ ਪਿਆਰਾ ਹੈ ਜਿਤਨਾ ਪੰਜਾਬੀਆਂ ਨੂੰ ਟਾਹਲੀ। ਬੜਾ ਖੂਬਸੂਰਤ ਦਰਖਤ ਹੈ ਸੱਚਮੁੱਚ, ਕਸ਼ਮੀਰੀ ਸਫੇਦੇ ਵਾਂਗਰ ਹੀ ਉੱਚਾ ਅਤੇ ਚਿੱਟਾ ਬਰਫ਼ ਵਾਂਗ। ਜੀਵਾਂ ਵਾਂਗ ਦਰਖਤ ਵੀ ਆਪਣੇ ਆਲ ਦੁਆਲੇ ਦਾ ਰੂਪ ਰੰਗ ਗ੍ਰਹਿਣ ਕਰ ਲੈਂਦੇ ਹਨ। ਹੋ ਸਕਦਾ ਹੈ ਬਰਚ ਦੇ ਤਣੇ ਨੇ ਸਫੇਦੀ ਬਰਫ਼ ਤੋਂ ਲਈ ਹੋਵੇ। ਬਰਚ ਦੇ ਪੱਤੇ ਖੁਸ਼ਕ ਤੇ ਖੌਰੇ ਜਿਹੇ ਹੁੰਦੇ ਹਨ, ਇਸੇ ਕਰਕੇ ਜ਼ਰਾ ਵੀ ਹਵਾ ਚੱਲੇ ਇੰਜ ਛਣਕ ਪੈਂਦੇ ਹਨ ਜਿਵੇਂ ਪੈਰੀ ਚਾਂਦੀ ਦੀਆਂ ਝਾਂਜਰਾਂ ਪਾਈ ਕੋਈ ਨਰਤਕੀ ਲੰਘ ਰਹੀ ਹੋਵੇ। ਰੂਸੀ ਸਾਹਿਤ ਵਿੱਚ ਕਵੀਆਂ ਤੇ ਕਥਾਕਾਰਾਂ ਨੇ ਬਰਚੇ ਨੂੰ ਬੜਾ ਪ੍ਰਮੁੱਖ ਸਥਾਨ ਦਿੱਤਾ ਹੈ ਅਤੇ ਨਿਰਸੰਦੇਹ ਮਾਸਕੋ ਦੇ ਆਸ-ਪਾਸ ਦੇ ਇਲਾਕੇ ਦੀ ਸੁੰਦਰਤਾ ਵਿੱਚ ਇਹ ਬਹੁਤ ਵਾਧਾ ਕਰਦਾ ਹੈ। ਪਰ ਮੇਰੀ ਜਾਚੇ ਗਰਮੀਆਂ ਦੇ ਮੌਸਮ, ਸਰਦੀਆਂ ਵਿੱਚ ਨਹੀਂ। ਲਾਊਡ ਸਪੀਕਰ 'ਤੇ ਕਪਤਾਨ ਦੀ ਆਵਾਜ਼ ਆਈ, ਅਸੀਂ ਹਵਾਈ ਅੱਡੇ 'ਤੇ ਉਤਰਨ ਵਾਲੇ ਹਾਂ। ਬਾਹਰ ਟੈਂਪਰੇਚਰ -1 ਡਿਗਰੀ ਸੈਂਟੀਗ੍ਰੇਡ ਹੈ। -1 ਸੈਂਟੀਗ੍ਰੇਡ? 0 ਸੈਂਟੀਗ੍ਰੇਡ 'ਤੇ ਪਾਣੀ ਜੰਮ ਜਾਂਦਾ ਹੈ। 1 ਡਿਗਰੀ ਉਸ ਤੋਂ ਵੀ ਹੇਠਾਂ। ਆਪ ਮੁਹਾਰੇ ਮੇਰੀ ਨਿਗਾਹ ਕੇਰਲੀ ਪੱਤਰਕਾਰਾਂ ਵੱਲ ਚਲੀ ਗਈ ਜਿਨ੍ਹਾਂ ਨੂੰ ਕਾਮਰੇਡ ਡਾਂਗੇ ਨੇ ਦਿੱਲੀ ਵਾਲੀ ਸਰਦੀ ਦੱਸੀ ਸੀ। ਮੁੜ ਇੱਕ ਦੂਜੇ ਵੱਲ ਵੇਖ ਰਹੇ ਸਨ ਵਿਚਾਰੇ। ਬੜੇ ਹਲਕੇ ਕੱਪੜੇ ਪਾਏ ਹੋਏ ਸਨ ਸਾਰਿਆਂ ਨੇ। ਵਿਮਾਨ ਫਿਰ ਇੱਕ ਵਾਰੀ ਧੁੰਦ ਦੇ ਪਰਦੇ ਵਿੱਚੋਂ ਲੰਘਿਆ ਅਤੇ ਮੈਨੂੰ ਇੰਜ ਲੱਗਿਆ ਜਿਵੇਂ ਨਰੰਗੀ ਰੰਗ ਦੇ ਸ਼ੀਸ਼ਿਆਂ ਵਿੱਚੋਂ ਸੰਸਾਰ ਨੂੰ ਵੇਖਣ ਲੱਗ ਪਿਆ ਹੋਵਾਂ। ਇਸ ਅਨੋਖੀ ਧੁੱਪ ਧੁੰਦ ਵਿੱਚ ਕੋਈ ਵੱਡਾ ਸਾਰਾ ਦਰਿਆ ਜਾਂ ਝੀਲ ਲਿਸ਼ਕੀ ਜਿਸ ਦੀ ਮੈਨੂੰ ਕੋਈ ਪਛਾਣ ਨਹੀਂ ਸੀ। ਹੋਰ ਹੇਠਾਂ ਆਇਆ ਵਿਮਾਨ, ਫਿਰ ਛਾਂ ਹੋ ਗਈ ਸੀ। ਡਾਚੇ ਹੋਰ ਸਾਫ਼ ਦਿਸਣ ਲੱਗ ਪਏ। ਕਈਆਂ ਉੱਪਰ ਬਿਲਕੁਲ ਹਿੰਦੁਸਤਾਨੀ ਢੰਗ ਨਾਲ ਕਈ ਪ੍ਰਕਾਰ ਦੇ ਰੰਗ ਕੀਤੇ ਹੋਏ ਸਨ। ਰਫ਼ਤਾਰ ਘਟਾਉਣ ਲਈ ਹਵਾਈ ਜਹਾਜ਼ ਪੰਛੀ ਵਾਂਗ ਪੰਖ ਸਮੇਟ ਰਿਹਾ ਸੀ। ਇਸ ਕਾਰਨ ਹਵਾ ਦੀਆਂ ਸ਼ੂਕਾਂ ਸਾਨੂੰ ਅੰਦਰ ਵੀ ਸੁਣਾਈ ਦੇ ਰਹੀਆਂ ਸਨ। ਮੈਂ ਵੇਖਿਆ ਇਹ ਉਹ ਹਵਾਈ ਅੱਡਾ ਨਹੀਂ ਜਿਸ 'ਤੇ ਪਹਿਲਾਂ ਉਤਰੀਦਾ ਹੁੰਦਾ ਸੀ। ਇਹ ਅੱਡਾ ਚੌਹਾਂ ਪਾਸਿਓਂ ਬਰਚ ਦੇ ਜੰਗਲਾਂ ਨਾਲ ਘਿਰਿਆ ਹੋਇਆ ਸੀ। ਧਰਤ ਉੱਪਰ ਕਿਤੇ ਕਿਤੇ ਕੋਹਰਾ ਨਜ਼ਰ ਪੈਂਦਾ ਸੀ। ਚੌਗਿਰਦੇ ਵਿੱਚ ਉਹ ਅਮੀਰੀ ਨਜ਼ਰ ਨਹੀਂ ਆਉਂਦੀ ਜੋ ਪੱਛਮੀ ਯੂਰਪ ਦੇ ਹਵਾਈ ਅੱਡਿਆਂ ਦੇ ਆਸ-ਪਾਸ ਨਜ਼ਰ ਆਉਂਦੀ ਹੈ, ਪਰ ਗਰੀਬੀ ਦਾ ਵੀ ਕੋਈ ਨਿਸ਼ਾਨ ਨਹੀਂ। ਕਿਤੇ ਕਿਤੇ ਸੜਕਾਂ ਬਣ ਰਹੀਆਂ ਹਨ, ਟਰੱਕਾਂ ਦੀ ਆਵਾਜਾਈ ਹੈ, ਔਰਤਾਂ ਵੀ ਕੰਮ ਕਰ ਰਹੀਆਂ ਹਨ, ਮਰਦ ਵੀ। ਬਹੁਤੇ ਭਾਰੇ ਕੱਪੜੇ ਨਹੀਂ ਸਨ ਪਾਏ ਹੋਏ ਇਹਨਾਂ ਨੇ ਅਤੇ ਕਈਆਂ ਨੇ ਚਰੂ ਦੀਆਂ ਜਾਂ ਛੱਜੇਦਾਰ ਕੱਪੜੇ ਦੀਆਂ ਟੋਪੀਆਂ ਪਾਈਆਂ ਹੋਈਆਂ ਸਨ। ਕਿਤਨਾ ਚੰਗਾ ਹੋਇਆ ਮੈਂ ਵੇਲੇ ਸਿਰ ਥੱਲੇ ਹੋਰ ਗਰਮ ਕੱਪੜੇ ਪਾ ਲਏ, ਨਿੱਘਾ ਰਹਾਂਗਾ। ਟਾਈਮ ਵੇਖਿਆ ਘੜੀ 'ਤੇ 2:30 ਵਜੇ ਸਨ। ਇਹ ਹਿੰਦੁਸਤਾਨੀ ਟਾਈਮ ਸੀ। ਮਾਸਕੋ ਦਾ ਕੀ ਹਿਸਾਬ? 11:30 ਕਿ 12:30? ਕੀ ਪਰੀਕਸ਼ਤ ਆਇਆ ਹੋਵੇਗਾ? ਕਿਵੇਂ ਹੋ ਸਕਦਾ ਹੈ ਜਦੋਂ ਕਿ ਆਪਣੇ ਆਉਣ ਬਾਰੇ ਉਹਨੂੰ ਕੋਈ ਇਤਲਾਹ ਨਹੀਂ ਸੀ। ਇਤਨੀ ਦੂਰ ਠੰਡ ਵਿੱਚ ਆਉਣ ਦੀ ਲੋੜ ਹੀ ਕੀ ਸੀ ਵਿਚਾਰੇ ਨੂੰ? ਕਿਤਨੀ ਕੁ ਠੰਡ? ਅਨੁਮਾਨ ਲਾ ਰਿਹਾ ਸਾਂ ਕਲਪਨਾ ਉੱਪਰ ਜ਼ੋਰ ਦੇ ਕੇ, ਪਰ ਕਾਮਯਾਬੀ ਨਹੀਂ ਸੀ ਹੁੰਦੀ ਕਿਉਂਕਿ ਵਿਮਾਨ ਅੰਦਰ ਮੈਂ ਪਸੀਨਾ ਹੋ ਰਿਹਾ ਸਾਂ ਗਰਮੀ ਨਾਲ। ਵਿਮਾਨ ਰੁਕ ਗਿਆ। ਬਸ ਹੁਣ ਦਰਵਾਜ਼ਾ ਖੁੱਲ੍ਹਣ ਦੀ ਉਡੀਕ ਸੀ। ਖੁੱਲ੍ਹ ਗਿਆ ਦਰਵਾਜ਼ਾ। ਕੱਢਿਆ ਸਿਰ ਬਾਹਰ ਅਤੇ ਇੱਕੋ ਵਾਰ ਕਰਕੇ ਜਿਵੇਂ ਕਿਸੇ ਨੇ ਉਹਨੂੰ ਧੜ ਨਾਲੋਂ ਲਾ ਕੇ ਰੈਫਰੀਜਰੇਟਰ ਵਿੱਚ ਸੁੱਟ ਦਿੱਤਾ ਹੋਵੇ। ਤੁਸੀਂ ਸੁਣ ਰਹੇ ਸੀ ਮੇਰਾ ਰੂਸੀ ਸਫ਼ਰਨਾਮਾ ਬਲਰਾਜ ਸਾਹਨੀ ਜੀ ਦਾ। ਅੱਜ ਇੰਨਾ ਹੀ।